सत श्री अकाल जी। मेरे कई दोस्त है ਜਿਹੜੇ ਕਹਿੰਦੇ ਨੇ ਬਈ ਅਸੀਂ ਕੋਈ ਵੈਲਫੇਅਰ ਦਾ ਕੋਈ ਸੁਸਾਇਟੀ ਪ੍ਰਤੀ ਅੱਛੇ ਕੰਮ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਜ਼ਰੂਰਤ ਹੈ ਵੀ ਅਸੀਂ ਇੱਕ ਸੁਸਾਇਟੀ ਫਾਰਮ ਕਰ ਲਈਏ। ਉਹਦੇ ਨਾਲ ਕੀ ਹੁੰਦਾ ਹੈ ਵੀ ਉਸ ਪਰਪਸ ਲਈ ਉਹ ਕੰਮ ਕਰਨ ਲਈ ਸਾਨੂੰ ਅਸੀਂ ਲੋਕਾਂ ਕੋਲੋਂ ਫੰਡਸ ਡਿਮਾਂਡ ਕਰ ਸਕਦੇ ਹਾਂ ਵੀ ਅਸੀਂ ਇਹ ਚੰਗਾ ਭਲਾ ਕੰਮ ਕਰ ਰਹੇ ਹਾਂ, ਇਹਦੇ ਲਈ ਸਾਨੂੰ ਤੁਸੀਂ ਕੋਈ ਸਾਡੀ ਮਦਦ ਕਰੋ। ਇਹਦੇ ਨਾਲ ਇਹ ਹੈਗਾ ਵੀ ਉਹ ਬੰਦੇ ਨੂੰ ਵੀ ਜਿਹੜੇ ਫੰਡਸ ਦੇਗਾ ਫॉर ਰਿਲੀਜੀਅਸ ਪਰਪਸ ਜਾਂ ਕੋਈ ਸਾਡਾ ਜਿੱਦਾਂ ਦਾ ਵੀ ਸਾਡਾ ਸੁਸਾਇਟੀ ਦਾ ਪਰਪਸ ਹੈਗਾ, ਆਬਜੈਕਟ ਹੈਗਾ, ਜਾਂ ਅਸੀਂ ਕੋਈ ਵੈਲਫੇਅਰ ਕਰਨਾ ਚਾਹੁੰਦੇ ਹਾਂ, ਕਿਸੇ ਕੋਈ ਰਿਲੀਜੀਅਸ ਕੰਮ ਕਰਨਾ ਚਾਹੁੰਦੇ ਹਾਂ, ਉਹਨੂੰ ਵੀ ਬੰਦੇ ਨੂੰ ਉਹਦੀ ਡਿਡਕਸ਼ਨਸ ਮਿਲ ਜਾਣਗੀਆਂ, ਉਹਨੂੰ ਵੀ ਫਾਇਦਾ ਹੋਏਗਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਆਪਣੇ ਦੋਸਤਾਂ ਦੀ ਰਿਕੁਐਸਟ ਤੇ ਅੱਜ ਵੀਡੀਓ ਤਿਆਰ ਕਰ ਰਿਹਾ ਜਿਹੜੀ ਕਿ ਸੁਸਾਇਟੀ ਰਜਿਸਟ੍ਰੇਸ਼ਨ ਬਾਰੇ ਹੈ। ਯਾਨੀ ਕਿ ਅਸੀਂ ਇਹਦੇ ਵਿੱਚ ਇਹ ਕਰਾਂਗੇ ਵੀ ਅਸੀਂ ਸੁਸਾਇਟੀ ਦੀ ਰਜਿਸਟ੍ਰੇਸ਼ਨ ਕਰਨੀ ਹੈ। ਉਹ ਕਿੱਦਾਂ ਕਰਨੀ ਹੈ, ਉਹਦਾ ਕੀ ਪ੍ਰੋਸੀਜਰ ਹੈ, ਕੀ ਉਹਦੀਆਂ ਫਾਰਮੈਲਿਟੀਜ਼ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੇ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦਾ ਜਿਹਦੇ ਅਧੀਨ ਸੁਸਾਇਟੀ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਕਹਿੰਦਾ ਪਹਿਲਾਂ ਸੁਸਾਇਟੀ ਦੀ ਕਿਸੇ ਦੀ ਵੀ ਰਜਿਸਟ੍ਰੇਸ਼ਨ ਕਰਨੀ ਹੈ, ਇਹਦੇ ਲਈ ਸਾਨੂੰ ਔਡ ਨੰਬਰ ਆਫ ਮੈਂਬਰਸ ਚਾਹੀਦੇ। ਔਡ ਨੰਬਰ ਆਫ ਮੈਂਬਰਸ ਜਿੱਦਾਂ 7 9 ਮਿਨੀਮਮ 7 ਮੈਂਬਰਸ ਦੀ ਲੋੜ ਹੁੰਦੀ ਹੈ। 7 9 11 13 15 ਕੋਈ ਵੀ ਔਡ ਨੰਬਰ ਆਫ ਮੈਂਬਰਸ ਚਾਹੀਦੀ ਹੈ। ਉਹਦਾ ਪਰਪਸ ਹੀ ਹੁੰਦਾ ਹੈ ਵੀ ਜਦੋਂ ਅਸੀਂ ਕੋਈ ਵੀ ਇਲੈਕਸ਼ਨ ਕਰਨਾ ਹੈ ਤੇ ਉਹਦੇ ਵਿੱਚ ਜੇ ਈਵਨ ਨੰਬਰਸ ਹੋਣਗੇ ਤੇ ਮਤਲਬ ਅੱਧੇ ਮੈਂਬਰ ਉਧਰ ਅੱਧੇ ਮੈਂਬਰ ਹੋਏ, ਫੈਸਲਾ ਨਹੀਂ ਹੋਏਗਾ। ਇਸ ਲਈ ਔਡ ਨੰਬਰ ਸਭ ਤੋਂ ਪਹਿਲਾਂ ਤਾਂ ਹੈਗਾ ਵੀ ਅਸੀਂ ਔਡ ਨੰਬਰ ਆਫ ਮੈਂਬਰਸ ਲੈ ਕੇ ਇੱਕ ਸੁਸਾਇਟੀ ਰਜਿਸਟਰ ਕਰ ਸਕਦੇ ਹਾਂ। ਹੁਣ ਮਸਲਾ ਇਹ ਹੈ ਵੀ ਅਸੀਂ ਇੱਕ ਸੁਸਾਇਟੀ ਰਜਿਸਟ੍ਰੇਸ਼ਨ ਕਰਨੀ ਹੈ, ਜਦੋਂ ਉਹਦੇ ਲਈ ਸਾਨੂੰ ਕੋਈ ਵੀ ਚੀਜ਼ ਕਰਨ ਲਈ ਪਹਿਲਾਂ ਰੈਜ਼ੋਲੂਸ਼ਨ ਪਾਸ ਕਰਨੀ। ਅਲੱਗ-ਅਲੱਗ ਰੈਜ਼ੋਲੂਸ਼ਨਸ ਹੁੰਦੀਆਂ ਜਿਹੜੀਆਂ ਅਸੀਂ ਪਾਸ ਕਰਨੀ ਹੈ। ਜਿੱਦਾਂ ਪਹਿਲਾਂ ਅਸੀਂ ਨਾਮ ਲੈਣਾ ਹੈ, ਅਸੀਂ ਨਾਮ ਦੀ ਰੈਜ਼ੋਲੂਸ਼ਨ ਪਾਣੀ ਹੈ। ਉਹਦੇ ਵਿੱਚ ਇਸ ਤਰ੍ਹਾਂ ਅਲੱਗ-ਅਲੱਗ ਰੈਜ਼ੋਲੂਸ਼ਨਸ ਪਾਸ ਕਰਨੀਆਂ ਪੈਂਦੀਆਂ ਤੇ ਉਹਨਾਂ ਦੀ ਜਿੱਦਾਂ ਅਪਰੂਵਲ ਹੁੰਦੀ ਹੈ ਉਹ ਸਾਰੇ ਦੇ ਅਖੀਰ ਵਿੱਚ ਜਾ ਕੇ ਨੈਟ ਸਾਨੂੰ ਫਿਰ ਇੱਕ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ ਮਿਲਦਾ ਹੈ ਜਾਂ ਰਜਿਸਟ੍ਰੇਸ਼ਨ ਨੰਬਰ ਮਿਲਦਾ ਹੈ, ਜਿਹਨੂੰ ਅਸੀਂ ਯੂਜ਼ ਕਰਕੇ ਤੇ ਅਸੀਂ ਮਤਲਬ ਉਹਦੇ ਤੇ ਵਰਕ ਅਕੋਰਡਿੰਗਲੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਕਹਿੰਦਾ ਕੋਈ ਵੀ ਸੁਸਾਇਟੀ ਦੀ ਰਜਿਸਟ੍ਰੇਸ਼ਨ ਕਰਨ ਲਈ ਘੱਟੋ ਘੱਟ 7 ਮੈਂਬਰ ਚਾਹੀਦੇ ਨੇ। 7 ਮੈਂਬਰ ਮੀਨਸ ਇੱਕ ਗਵਰਨਿੰਗ ਬਾਡੀ। ਗਵਰਨਿੰਗ ਬਾਡੀ ਕੀ ਕੰਸਟੀਟਿਊਟ ਕਰਦੀ ਹੈ? ਉਹਦੇ ਲਈ ਪਹਿਲਾਂ ਇੱਕ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ, ਜਨਰਲ ਔਰ ਜੁਆਇੰਟ ਸੈਕਟਰੀ, ਕੈਸ਼ੀਅਰ ਔਰ ਟ੍ਰੇਜਰਰ ਤੇ 2 ਮੈਂਬਰਸ। ਇਹ 7 ਮੈਂਬਰਸ ਮਿਲ ਕੇ ਇੱਕ ਮਤਾ ਪਾਸ ਕਰਨਗੇ, ਇੱਕ ਰੈਜ਼ੋਲੂਸ਼ਨ ਪਾਸ ਕਰਨਗੇ ਵੀ ਅਸੀਂ ਸੁਸਾਇਟੀ ਇਨਕੋਰਪੋਰੇਟ ਕਰਨੀ ਚਾਹੁੰਦੇ ਹਾਂ। ਅਸੀਂ ਮਤਲਬ ਆਪਣੀ ਇੱਛਾ ਜ਼ਾਹਿਰ ਕਰਦੇ ਹਾਂ ਵੀ ਅਸੀਂ ਸੁਸਾਇਟੀ ਬਣਾਉਣਾ ਚਾਹੁੰਦੇ ਹਾਂ। ਉਹਦੇ ਵਿੱਚ ਸੁਜੈਸਟ ਕਰਨਗੇ ਵੀ ਇੱਕ ਬੰਦੇ ਨੂੰ ਕੋਈ ਅਥਾਰਟੀ ਦੇ ਦੇਣਗੇ ਵੀ ਜਿੰਨਾ ਵੀ ਕੰਮ ਹੈਗਾ, ਜਿੱਦਾਂ ਕੋਈ ਪ੍ਰੈਜ਼ੀਡੈਂਟ ਨੂੰ ਅਥਾਰਟੀ ਦੇ ਦਿੱਤੀ ਜਾਂ ਕਿਸੇ ਇੱਕ ਮੈਂਬਰ ਨੂੰ ਅਥਾਰਟੀ ਦਿੱਤੀ ਜਾਂ ਸੈਕਟਰੀ ਨੂੰ ਅਥਾਰਟੀ ਦਿੱਤੀ ਵੀ ਸਾਡੇ ਸਾਰਿਆਂ ਦੇ ਬਿਹਾਫ ਤੇ ਇਹ ਬੰਦਾ ਹਰ ਥਾਂ ਤੇ ਕੰਮ ਕਰੇਗਾ। ਜਿੱਦਾਂ ਅਸੀਂ ਨਾਂ ਅਪਲਾਈ ਕਰਨਾ ਵੀ ਨਾਂ ਅਪਲਾਈ ਕਰਨੇ ਲਈ ਜਿਹੜੇ ਕੋਈ ਸਿਗਨੇਚਰ ਹੋਣਗੇ ਇਹ ਕਰੇਗਾ। ਰਜਿਸਟ੍ਰੇਸ਼ਨ ਦੇ ਦਫ਼ਤਰ ਕਿਧਰੇ ਜਾਣਾ ਹੈ, ਕਿਧਰੇ ਕੋਈ ਫਾਰਮੈਲਿਟੀ ਕਰਨੀ ਹੈ, ਇਹ ਕਰੇਗਾ। ਮਤਲਬ ਅਸੀਂ ਉਹਦੇ ਵਿੱਚ ਇੱਕ ਬੰਦੇ ਨੂੰ ਆਥੋਰਾਈਜ਼ ਕਰ ਦਿੰਦੇ ਹਾਂ। ਹੁਣ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਨੇਮ ਇਜ਼ ਟੂ ਬੀ ਅਪਰੂਵਡ। ਸਭ ਤੋਂ ਪਹਿਲਾਂ ਅਸੀਂ ਜਿਹੜੀ ਸੁਸਾਇਟੀ ਬਣਾਉਣੀ ਹੈ ਉਹਦੇ ਲਈ ਸਾਨੂੰ 3 ਨਾਂ ਦੇਣੇ ਪੈਂਦੇ। ਅਸੀਂ 3 ਨਾਂ ਦੇਵਾਂਗੇ ਜਿਹੜੇ ਸੁਸਾਇਟੀ ਪਹਿਲਾਂ ਦੱਸਦੇ ਆ। ਇਹ ਸੁਸਾਇਟੀ ਐਕਟ ਮੀਨਸ ਇਹ ਸਟੇਟ ਦੇ ਅੰਡਰ ਕਵਰਡ ਹੁੰਦਾ ਹੈ। ਜਿੱਦਾਂ ਪੰਜਾਬ ਸੁਸਾਇਟੀ ਐਕਟ ਹੈ, ਇਹਦਾ ਮਤਲਬ ਪੰਜਾਬ ਦਾ ਜਿੱਦਾਂ ਸਾਡੇ ਜਲੰਧਰ ਇੱਥੇ ਦਫ਼ਤਰ ਹੈਗਾ ਫੋਕਲ ਪੁਆਇੰਟ ਦੇ ਕੋਲ, ਉੱਥੇ ਅਸੀਂ ਮੈਨੂਅਲੀ ਵੀ ਦੇ ਸਕਦੇ ਹਾਂ, ਆਨਲਾਈਨ ਵੀ ਦੇ ਸਕਦੇ ਹਾਂ। ਹੁਣ ਅਸੀਂ 3 ਨਾਂ ਪ੍ਰਪੋਜ਼ ਕਰਦੇ ਹਾਂ ਤੇ ਸਟੇਟ ਨੇ ਜਾਂ ਜਿਹੜਾ ਵੀ ਸੁਸਾਇਟੀ ਦੇ ਉੱਥੇ ਅਫਸਰ ਬੈਠਾ ਉਹਨੇ ਸਾਡਾ ਇੱਕ ਨਾਮ ਅਪਰੂਵ ਕਰਨਾ। ਮਤਲਬ ਅਸੀਂ ਭਾਵੇਂ ਉੱਥੇ ਮੈਨੂਅਲੀ ਦੇ ਕੇ ਆਈਏ, ਭਾਵੇਂ ਅਸੀਂ ਆਨਲਾਈਨ ਫਾਈਲ ਕਰੀਏ, ਉਹ ਇੱਕ ਨਾਮ ਅਪਰੂਵ ਕਰੇਗਾ। ਇਹਦੇ ਲਈ ਸਾਨੂੰ ਇੱਕ ਐਫੀਡੇਵਿਟ ਦੇਣਾ ਪਏਗਾ
मतलब ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਅਸੀਂ ਪ੍ਰੈਜ਼ੀਡੈਂਟ ਬਣਾਇਆ ਉਹ ਇੱਕ ਐਫੀਡੇਵਿਟ ਇਸ਼ੂ ਕਰ ਸਕਦਾ ਵੀ ਇਹ ਨਾਂ ਜਿਹੜਾ ਹੈਗਾ ਪਹਿਲਾਂ ਆਲਰੇਡੀ ਨਹੀਂ ਕਿਤੇ ਐਗਜ਼ਿਸਟ ਕਰਦਾ, ਤੇ ਜਾਂ ਜੇ ਇਸ ਨਾਂ ਦਾ ਕੱਲ ਕੋਈ ਹੋਰ ਸੁਸਾਇਟੀ ਪਤਾ ਲੱਗੀ ਤੇ ਅਸੀਂ ਇਹ ਨਾਂ ਵਿਡਰਾ ਕਰ ਲਵਾਂਗੇ। ਇੱਕ ਐਫੀਡੇਵਿਟ ਪ੍ਰਧਾਨ ਵੱਲੋਂ ਜਾਂਦਾ ਜਦੋਂ ਅਸੀਂ 3 ਨਾਂ ਜਿਹੜੇ ਹੈਗੇ ਅਪਰੂਵਲ ਹੀ ਭੇਜਦੇ ਹਾਂ। ਫਿਰ ਸਟੇਟ ਗੌਰਮੈਂਟ ਉਹਦੇ ਵਿੱਚੋਂ ਇੱਕ ਨਾਂ ਦੀ ਅਪਰੂਵਲ ਕਰ ਸਕਦੀ ਹੈ। ਇਹਦਾ ਮਤਲਬ ਸਭ ਤੋਂ ਪਹਿਲਾ ਸਾਡਾ ਸਟੈਪ ਹੋ ਗਿਆ ਨੇਮ ਅਪਰੂਵਲ ਆਫ ਦਿਸ ਸੁਸਾਇਟੀ। ਹੁਣ ਸਾਡਾ ਨਾਂ ਅਪਰੂਵ ਹੋ ਗਿਆ, ਹੁਣ ਅਸੀਂ ਸਾਰਿਆਂ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਨੀ ਹੈ ਵੀ ਹੁਣ ਜਿੰਨਾ ਸਾਡਾ ਨਾਂ ਤੇ ਅਪਰੂਵ ਹੋ ਗਿਆ, ਹੁਣ ਅਸੀਂ ਰਜਿਸਟ੍ਰੇਸ਼ਨ ਦਾ ਜਿੰਨਾ ਅੱਗੋਂ ਪ੍ਰੋਸੈਸ ਹੈਗਾ ਉਹ ਕਰਨਾ ਹੈ। ਉਹਦੇ ਲਈ ਅਸੀਂ ਇੱਕ ਆਥੋਰਾਈਜ਼ਡ ਪਰਸਨ ਕਰਾਂਗੇ ਅਪੁਆਇੰਟ ਆਪਣੇ ਵਿੱਚੋਂ ਹੀ, ਗਵਰਨਿੰਗ ਬੋਡੀ ਦੇ 7 ਬੰਦਿਆਂ ਵਿੱਚੋਂ ਹੀ, ਵੀ ਇਹ ਸਾਡੇ ਬਿਹਾਫ ਤੇ ਰਜਿਸਟ੍ਰੇਸ਼ਨ ਦੀ ਸਾਰੀ ਫਾਰਮੈਲਿਟੀ ਜਿਹੜੀ ਹੈਗੀ ਪੂਰੀ ਕਰੇਗਾ। ਹੁਣ ਦੇਖੋ ਅਸੀਂ ਆਥੋਰਾਈਜ਼ਡ ਪਰਸਨ ਦੀ ਅਪੁਆਇੰਟਮੈਂਟ ਕਰਦੀ, ਨੰਬਰ 2 ਸਟੈਪ ਹੋ ਗਿਆ। ਹੁਣ ਨੈਕਸਟ ਸਟੈਪ ਹੈਗਾ ਆਫਿਸ ਆਫ ਸੁਸਾਇਟੀ। ਸਭ ਤੋਂ ਜ਼ਰੂਰੀ ਹੈਗਾ ਵੀ ਸੁਸਾਇਟੀ ਦਾ ਇੱਕ ਆਫਿਸ ਹੋਣਾ ਬਹੁਤ ਜ਼ਰੂਰੀ ਹੈ। ਮੰਨ ਲਓ ਇੱਕ ਸੁਸਾਇਟੀ ਦਾ ਦਫ਼ਤਰ ਹੈਗਾ, ਸਾਨੂੰ ਉਹਦੇ ਨਾਲ ਉਹਦੀ ਸੇਲ ਡੀਡ ਦੀ ਕਾਪੀ ਲਗਾਉਣੀ ਪਏਗੀ ਵੀ ਸਾਡਾ ਆਫਿਸ ਇਹ ਹੈਗਾ, ਇਹਦੀ ਇਹ ਸੇਲ ਡੀਡ ਦੀ ਕਾਪੀ ਅਸੀਂ ਅਟੈਚ ਕਰ ਰਹੇ ਹਾਂ, ਇਹਦਾ ਇਹ ਐਡਰੈਸ ਹੈ, ਇਹਦਾ ਇਹ ਸਾਰਾ, ਜਾਂ ਉਹਦਾ ਬਿਜਲੀ ਦਾ ਬਿੱਲ ਜਾਂ ਪਾਣੀ ਦਾ ਬਿੱਲ ਅਸੀਂ ਕੋਈ ਨਾਲ ਅਟੈਚ ਕਰ ਦਿੰਦੇ ਹਾਂ, ਯਾਨੀ ਕਿ ਜਿਹੜਾ ਪ੍ਰੂਫ ਹੋਏ ਵੀ ਸੁਸਾਇਟੀ ਦਾ ਇਹ ਆਫਿਸ ਹੈਗਾ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਜਿੱਦਾਂ ਅਸੀਂ ਗਵਰਨਿੰਗ ਬਾਡੀਜ਼ ਨੇ 7 ਮੈਂਬਰ ਬਣਾਏ, 7 ਮੈਂਬਰਾਂ ਚੋਂ ਇੱਕ ਬੰਦਾ ਕਹਿੰਦਾ ਵੀ ਤੁਸੀਂ ਮੇਰੇ ਘਰ ਨੂੰ ਐਜ਼ ਆਫਿਸ ਯੂਜ਼ ਕਰ ਲਓ। ਉਸ ਕੇਸ ਵਿੱਚ ਉਹ ਜਿਹੜਾ ਬੰਦਾ ਆਪਣਾ ਆਫਿਸ ਯੂਜ਼ ਕਰਨ ਦੀ ਅਥਾਰਟੀ ਦਿੰਦਾ ਪਿਆ ਸੁਸਾਇਟੀ ਨੂੰ, ਉਹਨੂੰ ਇੱਕ ਐਫੀਡੇਵਿਟ ਦੇਣਾ ਪਏਗਾ ਵੀ ਮੈਂ ਆਪਣਾ ਘਰ ਜਿਹੜਾ ਹੈਗਾ ਇਹਨਾਂ ਨੂੰ ਸੁਸਾਇਟੀ ਆਫਿਸ ਲਈ ਦੇ ਰਿਹਾ, ਤੇ ਮੈਂ ਇਹਦੇ ਲਈ ਇਹਨਾਂ ਕੋਲੋਂ ਕੁਝ ਨਹੀਂ ਚਾਰਜ ਕਰ ਰਿਹਾ ਜਾਂ ਕੁਝ ਚਾਰਜ ਕਰ ਰਿਹਾ। ਇਹ ਉਹਦੇ ਕੋਲੋਂ ਇੱਕ ਐਫੀਡੇਵਿਟ ਲੱਗੇਗਾ। ਹੁਣ ਕਹਿੰਦਾ ਆਫਿਸ ਦੀ, ਸੁਸਾਇਟੀ ਦੇ ਆਫਿਸ ਦੀ ਅਪਰੂਵਲ ਹੁਣ ਅਸੀਂ ਜਦੋਂ ਕਰਾਂਗੇ, ਜਿਹੜੀ ਸਟੇਟ ਗਵਰਨਮੈਂਟ ਹੈ ਉਹਨੂੰ ਸੁਸਾਇਟੀ ਦੇ ਆਫਿਸ ਦੀ ਅਪਰੂਵਲ ਕਰ ਦੇਗੀ। ਮਤਲਬ ਹੁਣ ਅਗਲਾ ਸਾਡਾ ਸਟੈਪ ਹੋ ਗਿਆ ਆਫਿਸ ਦੀ ਅਪਰੂਵਲ ਹੋ ਗਈ। ਹੁਣ ਕਹਿੰਦਾ ਹੁਣ ਜਿੰਨੇ ਸਾਡੇ ਮੈਂਬਰਸ ਹੈ, ਜਿੱਦਾਂ ਅਸੀਂ 7 ਮੈਂਬਰਸ ਕਹੇ ਸੀਗੇ, 7 9 11 13 ਜਿੰਨੇ ਵੀ ਮੈਂਬਰਸ ਹੈ, ਸਾਨੂੰ ਸਾਰਿਆਂ ਦੇ ਆਧਾਰ ਕਾਰਡ ਦੀ ਲੋੜ ਹੈ, ਪੈਨ ਕਾਰਡ ਦੀ ਲੋੜ ਹੈ, ਤੇ ਇੱਕ ਫੋਟੋ ਦੀ ਲੋੜ ਹੈ ਆਫ ਆਲ ਆਥੋਰਾਈਜ਼ਡ ਪਰਸਨ। ਯਾਨੀ ਕਿ ਜਿੰਨੇ ਵੀ ਬੰਦੇ ਹੈਗੇ ਉਹਨਾਂ ਨੇ ਸਾਰਿਆਂ ਨੇ ਜਿਨ੍ਹਾਂ ਨੇ ਡਿਕਲੇਰੇਸ਼ਨ ਦੇਣੀ ਹੈਗੀ ਹੈ, ਉਹਨਾਂ ਦੇ ਆਧਾਰ, ਪੈਨ ਤੇ ਫੋਟੋ, ਮਤਲਬ ਡਿਊਲੀ ਅਟੈਸਟਡ ਬਾਏ ਦੈਮ, ਇਹ ਅਸੀਂ ਉਹਦੇ ਨਾਲ ਲਗਾਵਾਂਗੇ। ਇਹ ਅਸੀਂ ਪਹਿਲਾਂ ਬੇਸਿਕਲੀ ਮੈਂ ਤੁਹਾਨੂੰ ਦੱਸ ਦਿਆਂ, ਇਹ ਸਾਰੀਆਂ ਚੀਜ਼ਾਂ, ਸਾਰੇ ਡਾਕੂਮੈਂਟ ਅਸੀਂ ਤਿਆਰ ਕਰਦੇ ਪਏ ਹਾਂ। ਇਹ ਸਾਰੀਆਂ ਚੀਜ਼ਾਂ ਤਿਆਰ ਹੋ ਜਾਣਗੀਆਂ, ਫਿਰ ਅਸੀਂ ਇਹ ਸਾਰੀਆਂ ਦੀ ਚੀਜ਼ਾਂ ਨੂੰ ਅਪਲੋਡ ਕਰ ਦਿਆਂਗੇ ਸਾਈਟ ਤੇ, ਜਿਸ ਤੋਂ ਬਾਅਦ ਸਾਨੂੰ ਫਿਰ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਮਿਲੇਗਾ। ਇਹ ਹੁਣ ਅਸੀਂ ਸਾਰੀਆਂ ਫਾਰਮੈਲਿਟੀਆਂ ਪਹਿਲਾਂ ਇਕੱਠੀਆਂ ਕਰਦੇ ਪਏ ਹਾਂ। ਕਹਿੰਦਾ ਵੀ ਇਹ ਚੀਜ਼ਾਂ ਚਾਹੀਦੀਆਂ। ਹੁਣ ਕਹਿੰਦਾ ਆਫਿਸ ਦੀ ਅਪਰੂਵਲ ਵੀ ਹੋ ਗਈ, ਆਧਾਰ ਕਾਰਡ ਵੀ ਦੇ ਦੇ। ਹੁਣ ਇੰਪੋਰਟੈਂਟ ਡਾਕੂਮੈਂਟ ਸ਼ੁਰੂ ਹੋ ਜਾਂਦੇ, ਜਿੱਦਾਂ ਕਿ ਇਹ ਬਾਇਲਾਜ਼, ਮੈਮੋਰੈਂਡਮ ਆਫ ਐਸੋਸੀਏਸ਼ਨ, ਇਹ ਚੀਜ਼ਾਂ। ਹੁਣ ਜਿੱਦਾਂ ਕਹਿੰਦਾ ਬਾਇਲਾਜ਼ ਆਫ ਸੁਸਾਇਟੀ, ਕਹਿੰਦਾ ਵੀ ਸਾਡੇ ਕੀ ਰੂਲਸ ਹੋਣਗੇ, ਅਸੀਂ ਕਿੱਦਾਂ ਕੰਮ ਕਰਾਂਗੇ, ਇਹ ਸਾਰੀਆਂ ਚੀਜ਼ਾਂ ਕੀ ਹੈ ਬਾਇਲਾਜ਼, ਵੀ ਅਸੀਂ ਕਿਹੜੇ ਬਾਇਲਾਜ਼ ਨੂੰ ਫੋਲੋ ਕਰਾਂਗੇ। ਠੀਕ ਹੈ, ਮਤਲਬ ਵਾਟ ਐਕਟੀਵਿਟੀਜ਼ ਆਰ ਟੂ ਬੀ ਡਨ ਬਾਈ ਅਸ। ਇਹਦਾ ਵੈਸੇ ਤੇ ਫਾਰਮੈਟ ਵੀ ਹੁੰਦਾ, ਅਸੀਂ ਉਸ ਫਾਰਮੈਟ ਦੇ ਵਿੱਚ ਕੁਝ ਚੇਂਜਸ ਚਾਹੀਏ, ਚੇਂਜਸ ਵੀ ਕਰ ਸਕਦੇ ਹਾਂ ਵੀ ਅਸੀਂ ਇਹ, ਜਿੱਦਾਂ ਅਸੀਂ ਇਹ ਕੰਮ ਕਰਾਂਗੇ, ਇਹ ਕੰਮ ਕਰਾਂਗੇ। ਇਹ ਬਾਇਲਾਜ਼ ਜਾਂ ਰੂਲਸ ਅਸੀਂ ਫਰੇਮ ਕਰਾਂਗੇ ਵੀ ਸਾਡੀ ਸੁਸਾਇਟੀ ਕੀ ਕਰੇਗੀ, ਕਿਸ ਤਰ੍ਹਾਂ ਕਰੇਗੀ। ਇੱਕ ਡਾਕੂਮੈਂਟ ਹੈਗਾ ਮੈਮੋਰੈਂਡਮ ਆਫ ਐਸੋਸੀਏਸ਼ਨ, ਜਿਹਦੇ ਵਿੱਚ ਅਸੀਂ ਪਹਿਲਾਂ ਗੱਲ ਕੀਤੀ ਸੀ ਗਵਰਨਿੰਗ ਬਾਡੀ ਦੀ। ਇੱਕ ਗਵਰਨਿੰਗ ਬਾਡੀ ਹੈ, ਇੱਕ ਜਨਰਲ ਬਾਡੀ ਹੈ, ਜਿਹਦੇ ਵਿੱਚ ਦੂਜੇ ਵੀ ਮੈਂਬਰਸ ਹੈਗੇ ਆ। ਸਾਰਿਆਂ ਦੇ ਨਾਮ, ਪਤੇ, ਏਜ, ਡੇਟ ਆਫ ਬਰਥ, ਮੋਬਾਈਲ ਨੰਬਰ, ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਦਿਆਂਗੇ। ਇਹਨਾਂ ਨੇ ਕੀ ਕੰਮ ਕਰਨੇ ਨੇ, ਕਿੱਦਾਂ ਕੰਮ ਕਰਨੇ ਨੇ,
ਇਹ ਸਾਰੀਆਂ ਚੀਜ਼ਾਂ ਮੈਮੋਰੈਂਡਮ ਆਫ ਐਸੋਸੀਏਸ਼ਨ 'ਚ ਦੇਵਾਂਗੇ। ਸਾਰਾ ਇਹਨਾਂ ਦੇ ਕੀ ਆਬਜੈਕਟਸ ਹੈਗੇ, ਇਹਨਾਂ ਦਾ ਕੀ ਕਰਨਾ ਹੈਗਾ, ਕਿਸ ਤਰ੍ਹਾਂ ਇਹਨਾਂ ਨੇ ਆਪਣਾ ਮਤਲਬ ਜਿਹੜਾ ਹੈਗੇ ਆ ਸੁਸਾਇਟੀ ਦੇ ਕੰਮਾਂ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰੀ ਚੀਜ਼ਾਂ। ਹੁਣ ਗੱਲ ਆਉਂਦੀ ਫੀਸ ਦੀ। ਕਹਿੰਦੇ ਦੋ ਤਰ੍ਹਾਂ ਦੀ ਫੀਸ ਹੈਗੀਆਂ, ਇੱਕ ਤੇ ਹੈਗੀ ਹੈ ਵਨ ਟਾਈਮ ਫੀਸ, ਇੱਕ ਹੈਗੀ ਹੈ ਐਨੂਅਲ ਫੀਸ। ਹੁਣ ਜਿੱਦਾਂ ਸਾਡੇ ਹੈਗੀ ਹੈ, ਆਪਾਂ ਪੰਜਾਬ ਤੇ ਹਰਿਆਣਾ ਦੀ ਲੱਦੀ ਹੈ, ਇੱਥੇ ਜਿੱਦਾਂ 1100 ਰੁਪਈਆ ਫੀਸ ਵਨ ਟਾਈਮ ਇਹ ਜ਼ਰੂਰੀ ਘੱਟੋ ਘੱਟ, ਮੀਨਸ ਮਿਨੀਮਮ 1100 is to be paid by all members once। ਉਸ ਤੋਂ ਬਾਅਦ ਹੈਗੀ ਹੈ ਮਿਨੀਮਮ 500 ਰੁਪਈਆ ਪਰ ਐਨਮ, ਜਿਹੜੀ ਉਹਨਾਂ ਨੇ 1100 ਤੇ 500, ਇਹ ਮਤਲਬ ਜਦੋਂ ਵੀ ਅਸੀਂ ਉਸ ਸੁਸਾਇਟੀ ਦੀ ਰਜਿਸਟ੍ਰੇਸ਼ਨ ਕਰਨ ਲੱਗੇ ਹਾਂ 1600 ਰੁਪਏ ਦੇ ਅਸੀਂ ਘੱਟ ਤੋਂ ਘੱਟ ਸਾਰਿਆਂ ਕੋਲੋਂ ਚੈੱਕ ਲੈਣੇ ਵੀ ਇਹ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਕਰਦੀ ਹੈ, ਵਨ ਟਾਈਮ ਕੰਟਰੀਬਿਊਸ਼ਨ ਜਾਂ ਐਨੂਅਲ ਕੰਟਰੀਬਿਊਸ਼ਨ। ਜਿਹੜੀ ਅੱਗੋਂ ਐਨੂਅਲ ਕੰਟਰੀਬਿਊਸ਼ਨ ਹੈਗੀ ਆ ਉਹ ਹਰ ਸਾਲ ਦੇ ਸਾਲ ਉਹਨਾਂ ਨੇ ਦੇਣੀ ਹੈ। ਅੱਗੋਂ ਅਸੀਂ ਦੇਖਾਂਗੇ ਜੇ ਕੋਈ ਬੰਦਾ ਨਹੀਂ ਦਿੰਦਾ ਕੀ ਕਰਦਾ, ਉਹਦਾ ਕਿੱਦਾਂ ਕਰਨਾ, ਇਹ ਬਾਤ ਦੀ ਗੱਲ। ਹੁਣ ਕਹਿੰਦੇ ਇਹਦੇ ਵਿੱਚ ਇੱਕ ਚੀਜ਼ ਜ਼ਰੂਰੀ ਹੁੰਦੀ ਹੈ, ਜਿਹੜੀ ਵਨ ਟਾਈਮ ਕੰਟਰੀਬਿਊਸ਼ਨ ਹੈ ਉਹ ਹਮੇਸ਼ਾ ਹੀ ਐਨੂਅਲ ਸਬਸਕ੍ਰਿਪਸ਼ਨ ਤੋਂ ਵੱਧ ਹੋਣੀ ਚਾਹੀਦੀ ਹੈ। ਮੰਨ ਲਓ ਤੁਹਾਨੂੰ ਮੈਂ ਦੱਸਿਆ ਕਿ ਮਿਨੀਮਮ 1100 ਤੇ 500, ਹੁਣ ਮੰਨ ਲਓ ਤੁਸੀਂ ਕਹਿੰਦੇ ਹੋ ਨਹੀਂ ਵਨ ਟਾਈਮ ਕੰਟਰੀਬਿਊਸ਼ਨ ਅਸੀਂ ਕਰਦੇ ਹਾਂ 5000, ਇਹਦਾ ਮਤਲਬ ਵਨ ਟਾਈਮ ਕੰਟਰੀਬਿਊਸ਼ਨ ਜੇ 5000 ਹੈ ਤੇ ਐਨੂਅਲ ਸਬਸਕ੍ਰਿਪਸ਼ਨ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਮਤਲਬ ਜੇ 5000 ਹੈ ਅਸੀਂ ਐਨੂਅਲ ਸਬਸਕ੍ਰਿਪਸ਼ਨ 3100 ਕਰ ਸਕਦੇ ਹਾਂ, ਮਤਲਬ ਇਟ ਸ਼ੁੱਡ ਨਾਟ ਐਕਸੀਡ ਵਨ ਟਾਈਮ ਕੰਟਰੀਬਿਊਸ਼ਨ। ਇਹ ਇਹਦੇ ਚ ਇੱਕ ਸੁਸਾਇਟੀ ਦਾ ਰੂਲ ਹੈਗਾ ਜਿਹਨੂੰ ਸਾਨੂੰ ਫੋਲੋ ਕਰਨਾ ਪੈਣਾ। ਹੁਣ ਕਹਿੰਦੇ ਅਸੀਂ ਉਹਦੇ ਲਈ ਚੈੱਕ ਲਗਾ ਦਿੱਤੇ ਨਾਲ, ਤੇ ਭਾਵੇਂ ਘੱਟ ਹੋਏ ਭਾਵੇਂ ਵੱਧ ਹੋਏ ਅਸੀਂ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਹਾਂ। ਹੁਣ ਅਗਲੀ ਗੱਲ ਆਉਂਦੀ ਹੈ ਬਾਏ ਲਾਜ਼ ਵਿੱਚ ਅਸੀਂ ਸਪੈਸੀਫਾਈ ਕਰਨਾ ਹੁੰਦਾ ਹੈ ਵੀ ਸਾਡੀ ਸੁਸਾਇਟੀ ਦਾ ਕੀ ਏਮ ਹੈ। ਜਿੱਦਾਂ ਅਸੀਂ ਕੋਈ ਸੇਵਾ ਕਰਦੇ ਹਾਂ, ਅਸੀਂ ਕਹਿੰਦੇ ਅਸੀਂ ਗਰੀਬਾਂ ਦਾ ਵਿਆਹ ਕਰਾਂਗੇ, ਜਾਂ ਕੋਈ ਅਸੀਂ ਗਊਸ਼ਾਲਾ 'ਚ ਪੈਸੇ ਦੇਵਾਂਗੇ, ਜਾਂ ਅਸੀਂ ਪਿੰਗਲਵਾੜੇ ਇੱਦਾਂ ਕਰਾਂਗੇ। ਮਤਲਬ ਕੀ ਸੁਸਾਇਟੀ ਦੇ ਏਮ ਹੈਗੇ, ਜਾਂ ਕੀ ਸੁਸਾਇਟੀਜ਼ ਜਿਹੜੀ ਹੈਗੀ ਆ ਸਰਵਿਸਿਜ਼ ਪ੍ਰੋਵਾਈਡ ਕਰੇਗੀ, ਕੋਈ ਰਿਲੀਜੀਅਸ ਸਰਵਿਸਿਜ਼ ਕਰੇਗੀ, ਕੋਈ ਦੂਜੀਆਂ ਕੀ, ਉਹਦੇ ਕੀ ਇਹਨੂੰ ਕਹਿੰਦੇ ਆ ਕੀ ਰੂਲਸ ਐਂਡ ਰੈਗੂਲੇਸ਼ਨਸ ਹੈ। ਕਹਿੰਦਾ ਇਹ ਗਵਰਨਿੰਗ ਬਾਡੀ ਦੇ ਮੈਂਬਰਸ ਡਿਸਾਈਡ ਕਰਨਗੇ ਵੀ ਕੀ ਰੂਲਸ ਹੈ। ਤੇ ਇਹ ਕਹਿੰਦਾ ਜਿਹੜੀ ਗਵਰਨਿੰਗ ਬਾਡੀ ਦੇ ਮੈਂਬਰਸ ਹੁੰਦੇ ਨੇ ਇਹ 2 ਜਾਂ 3 ਸਾਲ ਹੀ ਉਸਦੇ ਸਾਲ ਵੀ ਉਸਦਾ, ਫਿਰ ਉਸ ਤੋਂ ਬਾਅਦ ਇਲੈਕਸ਼ਨ ਹੁੰਦਾ ਹੈ, ਇਲੈਕਸ਼ਨ ਤੋਂ ਬਾਅਦ ਨਵੇਂ ਮੈਂਬਰਸ ਬਣਦੇ ਨੇ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਹੈਗੀ ਹੈ ਵੀ ਜਿਹੜੇ ਵੀ ਗਵਰਨਿੰਗ ਬਾਡੀ ਦੇ ਮੈਂਬਰਸ ਹੈਗੇ ਉਹਨਾਂ ਦੀ ਪਹਿਲੀ ਵਾਰੀ ਤੇ ਤੁਸੀਂ ਜਦੋਂ ਅਪਾਇੰਟ ਕਰਦੇ ਅੱਗੋਂ ਇਹਦੇ ਵਿੱਚ ਰੂਲ ਹੁੰਦਾ ਹੈ ਵੀ ਘੱਟ ਤੋਂ ਘੱਟ ਕੋਈ ਵੀ ਗਵਰਨਿੰਗ ਬਾਡੀ ਦਾ ਮੈਂਬਰ ਤਾਂ ਬਣੇਗਾ ਜਿਹੜਾ 2 ਸਾਲ ਘੱਟੋ ਘੱਟ ਮੈਂਬਰ ਰਿਹਾ ਹੋਵੇ। ਇਸ ਤਰ੍ਹਾਂ ਮਤਲਬ ਇਹਨਾਂ ਦੀ ਸੁਸਾਇਟੀ ਦੇ ਕੁਝ ਆਪਣੇ ਰੂਲਸ ਹੈਗੇ। ਇਹਦੇ ਲਈ ਸਾਨੂੰ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਐਫੀਡੇਵਿਟ ਵੀ ਦੇਗਾ ਵੀ ਇਹ ਸੁਸਾਇਟੀ ਦੇ ਜਿਹੜੇ ਹੈਗੇ ਨੇ ਇਹ ਰੈਗੂਲੇਸ਼ਨਸ ਹੈ, ਅਸੀਂ ਇਹ ਕਰਾਂਗੇ, ਇਹ ਰੂਲਸ ਫੋਲੋ ਕਰਾਂਗੇ। ਉਸ ਤੋਂ ਬਾਅਦ ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ, ਇੱਕ RTI ਰਾਈਟ ਟੂ ਇਨਫੋਰਮੇਸ਼ਨ ਆਫਿਸਰ ਹੈ ਸਾਨੂੰ ਅਪਾਇੰਟ ਕਰਨਾ ਪਏਗਾ, ਤਾਂ ਕਿ ਜਿਹੜਾ ਵੀ ਬੰਦਾ ਸਾਡੀ ਸੁਸਾਇਟੀ ਕੋਲੋਂ ਕੋਈ ਵੀ ਇਨਫੋਰਮੇਸ਼ਨ ਮੰਗੇ ਉਹ ਬੰਦੇ ਦੀ ਅਸੀਂ ਕਿਸੇ ਨੂੰ ਅਪਾਇੰਟ ਕਰਾਂਗੇ RTI ਅਫਸਰ। ਉਹ ਬੰਦਾ ਕੋਈ ਵੀ ਜੇ ਸਾਡੀ ਸੁਸਾਇਟੀ ਕੋਲ ਇਨਫੋਰਮੇਸ਼ਨ ਹੁੰਦਾ ਹੈ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰੇਗਾ, ਉਹਦੀ ਮਤਲਬ ਆਫੀਸ਼ੀਅਲ ਡਿਊਟੀ ਹੋਏਗੀ। ਜੇ ਉਹਦੇ 'ਚ ਕੋਈ ਅਣਗਹਿਲੀ ਕਰਦਾ ਤੇ ਅਸੀਂ ਪ੍ਰੈਜ਼ੀਡੈਂਟ ਕੋਲੋਂ ਬੰਦਾ ਕੋਈ ਵੀ ਡਿਮਾਂਡ ਕਰ ਸਕਦਾ ਵੀ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਜਾਏ, ਉਹ ਪ੍ਰੈਜ਼ੀਡੈਂਟ ਕੋਲੋਂ ਹੀ ਡਿਮਾਂਡ ਕਰ ਸਕਦਾ। ਇੱਦਾਂ ਕਹਿੰਦੇ ਸੁਸਾਇਟੀ ਜਿਹੜੀ ਹੈਗੀ ਹੈ ਐਫੀਡੇਵਿਟ ਦੇਗੀ ਫॉर, ਇੱਦਾਂ ਕਈ ਹੋਰ ਵੀ ਐਫੀਡੇਵਿਟ ਹੈ ਵੀ ਅਸੀਂ ਕੋਈ ਇਲੀਗਲ ਕੰਮ ਨਹੀਂ ਕਰਾਂਗੇ, ਜਾਂ ਉਹਦੇ 'ਚ ਪ੍ਰੈਸਕ੍ਰਾਈਬਡ ਕੰਮ ਹੈਗੇ ਵੀ ਅਸੀਂ ਇਹ ਨਹੀਂ ਕਰਾਂਗੇ, ਇਹਦਾ ਵੀ ਇੱਕ ਐਫੀਡੇਵਿਟ ਸਾਨੂੰ ਦੇਣਾ ਪੈਂਦਾ ਹੈਗਾ। ਇਹਦਾ ਮਤਲਬ ਮਿਲਾ ਜੁਲਾ ਕੇ ਅਸੀਂ ਦੇਖਿਆ ਵੀ ਅਸੀਂ 2 3 4 ਤਰ੍ਹਾਂ ਦੇ ਅਸੀਂ ਐਫੀਡੇਵਿਟਸ ਦੇਵਾਂਗੇ। ਇੱਕ ਅਸੀਂ ਰੂਲਸ ਬਾਏ ਲਾਜ਼ ਬਣਾਵਾਂਗੇ, ਇੱਕ ਅਸੀਂ ਮੈਮੋਰੈਂਡਮ ਐਸੋਸੀਏਸ਼ਨ ਬਣਾਵਾਂਗੇ। ਫਿਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਦੇ ਆਪਣੇ ਪਤੇ, ਆਧਾਰ, ਪੈਨ, ਫੋਟੋਜ਼, ਇਹ ਸਾਰੀਆਂ ਚੀਜ਼ਾਂ ਬਣਾ ਕੇ ਫਿਰ ਅਸੀਂ ਆਨਲਾਈਨ ਜਿਹੜੀ ਹੈਗੀ ਹੈ ਸੁਸਾਇਟੀ ਦੀ ਰਜਿਸਟ੍ਰੇਸ਼ਨ ਦੀ ਅਪਲਾਈ ਕਰਾਂਗੇ।
ਹੁਣ ਉਸ ਤੋਂ ਬਾਅਦ ਅਸੀਂ ਸਾਡੇ ਕੋਲ ਸਾਰਾ ਕੁਝ ਇਕੱਠਾ ਹੋ ਗਿਆ, ਅਸੀਂ ਇਹ ਸਕੈਨ ਕਰਕੇ ਰੱਖ ਲਾਂਗੇ ਸਾਰੀ ਚੀਜ਼ਾਂ। ਸਕੈਨ ਕਰਕੇ ਵੀ ਜ਼ਰੂਰੀ ਹੈ ਵੀ ਇਹਦੀ PDF ਫਾਈਲ ਬਣਾਉਣੀ ਹੈ, ਹਰ ਚੀਜ਼ ਦੀ, ਸਾਰੇ ਡਾਕੂਮੈਂਟਸ ਦੀ PDF ਫਾਈਲ ਬਣਾਉਣੀ ਹੈ, ਜਿਹਦੀ ਕਿ ਪ੍ਰੈਸਕ੍ਰਿਪਸ਼ਨ ਵੀ ਹੁੰਦੀ ਵੀ ਇਸ ਤੋਂ ਵੱਡੀ ਨਹੀਂ ਹੋਣੀ ਚਾਹੀਦੀ, ਇੰਨੀ ਲੈਂਥ ਹੋਣੀ ਚਾਹੀਦੀ, ਇੰਨੀ। ਉਹਨੂੰ ਅਸੀਂ ਆਨਲਾਈਨ ਅਸੀਂ ਅਪਲੋਡ ਕਰਾਂਗੇ। ਉਸ ਤੋਂ ਬਾਅਦ ਅਸੀਂ ਜਿਹੜੀ ਪ੍ਰੈਸਕ੍ਰਾਈਬ ਫੀਸ ਹੈ, ਜਿੱਦਾਂ ਦੱਸਿਆ 1700 ਜਾਂ ਜੋ ਵੀ ਹੈਗੀ ਹੈ, 2700 ਰੁਪਏ ਜਾਂ ਜਿਸ ਤਰ੍ਹਾਂ ਹੈਗੀ ਹੈ, ਜਿੰਨੀ ਵੀ ਫੀਸ ਹੈ ਉਹ ਮੈਂ ਅੱਗੇ ਤੁਹਾਡੇ ਨਾਲ ਡਿਸਕਸ ਕਰਨਾ। ਉਹ ਅਸੀਂ ਆਨਲਾਈਨ ਡੈਬਿਟ ਕਾਰਡ ਦੇ ਥਰੂ ਜਾਂ ਕਿਸੇ ਦੇ ਮਤਲਬ ਨੈਟ ਬੈਂਕਿੰਗ ਦੇ ਥਰੂ ਅਸੀਂ ਦਿਆਂਗੇ। ਜਦੋਂ ਸਾਰਾ ਕੁਝ ਅਸੀਂ ਹੁਣ 2700 ਰੁਪਏ ਦੀ ਕਹਿੰਦਾ, ਜੇ ਮਿਨੀਮਮ ਫੀਸ, ਜੇ 7 ਮੈਂਬਰ ਹੈਗੇ ਸੁਸਾਇਟੀ ਦੇ ਤੇ ਮਿਨੀਮਮ ਫੀਸ ਹੈਗੀ 2700 ਰੁਪਇਆ। ਹੁਣ ਅਸੀਂ ਕਹਿੰਦੇ ਫੀਸ ਦੇਤੀ, ਆਨਲਾਈਨ ਦੇਤੀ, ਜਾਂ ਅਸੀਂ ਚਲਾਨ ਜਾ ਕੇ ਦਫ਼ਤਰ ਜਮ੍ਹਾਂ ਕਰਾਤਾ, ਸਾਰਾ ਕੁਝ ਹੋ ਗਿਆ। ਅਸੀਂ ਸਾਰੇ ਡਾਕੂਮੈਂਟ ਅਪਲੋਡ ਕਰਤੇ। ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਉਹ ਦਫ਼ਤਰ ਜਿਹੜਾ ਆਥੋਰਾਈਜ਼ਡ ਆਫਿਸ ਹੈ ਉਹ ਦੇਖੇਗਾ ਵੀ ਉਹਨਾਂ ਨੂੰ ਇਹਦੇ 'ਚ ਕੋਈ ਆਬਜੈਕਸ਼ਨ ਤਾਂ ਨਹੀਂ ਹੈਗਾ। ਜੇ ਕੋਈ ਉਹਨਾਂ ਨੇ ਆਬਜੈਕਸ਼ਨ ਪਾਇਆ ਹੋਏਗਾ, ਉਹ ਸਾਡੇ ਅਸੀਂ ਜਿਹੜੀ ਰਜਿਸਟ੍ਰੇਸ਼ਨ ਕੀਤੀ ਹੈ, ਅਸੀਂ ਆਪਣਾ ਯੂਜ਼ਰ ਨੇਮ ਪਾਸਵਰਡ ਲਗਾ ਕੇ ਦੇਖਾਂਗੇ। ਜੇ ਕੋਈ ਆਬਜੈਕਸ਼ਨ ਹੈਗਾ, ਸਾਨੂੰ ਉਹਨਾਂ ਦਾ ਉਹ ਆਬਜੈਕਸ਼ਨ ਦਾ ਜਵਾਬ ਦੇਣਾ ਪਏਗਾ, ਉਹਨਾਂ ਦਾ ਆਬਜੈਕਸ਼ਨ ਰਿਮੂਵ ਕਰਨਾ ਪਏਗਾ, ਤੇ ਸਾਨੂੰ ਫਿਰ ਦਫ਼ਤਰ ਇੱਕ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ ਦੇ ਦੇਗਾ। ਘੁਮਾ ਫਿਰਾ ਕੇ ਇਹ ਪ੍ਰੋਸੈਸ ਜਿਹੜਾ ਹੈਗਾ, ਜੇ ਸਾਡੇ ਕੋਲ ਸਾਰੇ ਡਾਕੂਮੈਂਟਸ ਤਿਆਰ ਹੈਗੇ ਨੇ, ਅਸੀਂ ਸਾਰਾ ਕੁਝ ਅਪਲੋਡ ਠੀਕ ਕਰ ਦਿੰਦੇ ਹਾਂ। ਇਹ ਘੱਟ ਤੋਂ ਘੱਟ 15 ਦਿਨ ਤੋਂ ਲੈ ਕੇ 20-25 ਦਿਨ ਦਾ ਪ੍ਰੋਸੈਸ ਹੈਗਾ, ਜਿਹਦੇ ਵਿੱਚ ਸਾਨੂੰ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ ਜਾਂ ਸਰਟੀਫਿਕੇਟ ਆਫ ਆਥੋਰਾਈਜੇਸ਼ਨ ਮਿਲ ਜਾਂਦਾ ਹੈਗਾ। ਤੇ ਸਾਨੂੰ ਇੱਕ ਉਹ ਮਤਲਬ ਇੱਕ ਸਰਟੀਫਿਕੇਟ ਦੇਣਗੇ। ਉਹ ਸਰਟੀਫਿਕੇਟ ਲੈਣ ਤੋਂ ਬਾਅਦ ਅਸੀਂ ਫਿਰ ਆਪਣਾ ਬੈਂਕ ਵਿੱਚ ਅਕਾਊਂਟ ਖੋਲ ਸਕਦੇ ਹਾਂ। ਫਿਰ ਅਸੀਂ ਆਪਣੀ ਸੁਸਾਇਟੀ ਦੇ ਸਾਰੇ ਕੰਮ ਜੋ ਵੀ ਹੈਗੇ ਅਸੀਂ ਉਸ ਤਰੀਕੇ ਨਾਲ ਕਰ ਸਕਦੇ ਹਾਂ। ਥੈਂਕ ਯੂ।